ਭਾਈ ਵੀਰ ਸਿੰਘ ਨੇ ਸੁੰਦਰੀ ਦਾ ਇੱਕ ਪਾਤਰ ਲੈ ਕੇ ਸਿੱਖ ਕੌਮ ਦੇ ਵਿੱਚ ਬੀਬੀਆਂ ਦੇ ਇੱਕ ਆਦਰਸ਼ਕ ਜੀਵਨ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਹੋਰ ਬੀਬੀਆਂ ਵੀ ਉਹਨੂੰ ਪੜ੍ਹ ਕੇ ਸੁਣ ਕੇ ਤੋਂ ਇਸ ਮੋਰੈਲਿਟੀ ਨੂੰ ਆਪਣੇ ਜੀਵਨ ਨੂੰ ਸਮਾਜ 'ਚ ਇਸ ਤਰ੍ਹਾਂ ਪੇਸ਼ ਕਰਨ ਕਿ ਉਹ ਸਿੱਖ ਕੌਮ ਦਾ ਇੱਕ ਅੰਗ ਹਨ ਔਰ ਉਹਨਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੈ ਕੌਮ ਨੂੰ, ਉਹ ਕੌਮ ਲਈ ਡੈਡੀਕੇਟ ਨੇ। ਮੈਂ ਸਮਝਦਾ ਕਿ ਵਿਰੋਧੀ ਧਰਮ ਵਾਲੇ ਤਾਂ ਲਿਖਦੇ ਹੀ ਹੈ, ਪਰ ਕੁਝ ਸਾਡੇ ਜਿਹੜੇ ਹੁਣ ਦੇ ਲਿਖਾਰੀ ਹੈ ਉਹ ਵੀ ਤਰਕ ਤੇ, ਸਾਡੇ ਪ੍ਰਚਾਰਕ ਤਰਕ ਤੇ ਆ ਗਏ ਨੇ। ਤਰਕ ਨਾਲ ਕੋਈ ਚੀਜ਼ ਸਿੱਧ ਨਹੀਂ ਹੁੰਦੀ, ਤਰਕ ਨਾਲ ਕੋਈ ਚੀਜ਼ ਪ੍ਰਾਪਤੀ ਨਹੀਂ ਹੁੰਦੀ। ਸੰਸਾ ਜਿਹੜਾ ਮਨ ਵਿੱਚ ਨਾ ਉਹ ਸ਼ਰਧਾ ਨੂੰ ਗਵਾ ਦਿੰਦਾ, ਤੇ ਸੰਸੇ ਯੁਕਤ ਮਨ ਜਿਹੜਾ ਉਹ ਕੁਝ ਅਡਾਪਟ ਵੀ ਨਹੀਂ ਕਰਦਾ, ਗ੍ਰਹਿਣ ਵੀ ਨਹੀਂ ਕਰਦਾ, ਆਪਣਾ ਲਾਸ ਕਰਦਾ। ਨਿਰਮਲੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਸਾਰੇ ਅੰਮ੍ਰਿਤਧਾਰੀ ਹੈ, ਕੋਈ ਕੇਸਾਂ ਦੀ ਬੇਅਦਬੀ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਪਠਨ ਪਾਠਨ ਕਰਦੇ ਆ, ਉਹਦਾ ਹੀ ਪ੍ਰਚਾਰ ਕਰਦੇ ਆ, ਅੰਮ੍ਰਿਤ ਛਕਦੇ ਆ, ਅੰਮ੍ਰਿਤ ਛਕਾਉਂਦੇ ਆ, ਨੌਕਰੀ ਨਹੀਂ ਕਰਦੇ, ਦੁਕਾਨ ਨਹੀਂ ਕਰਦੇ, ਔਰ ਇਹ ਸਾਰੇ ਜਿਹੜੇ ਹੈ ਉਹਦੇ ਨਾਲ ਰਲਦੇ। ਉਦਾਸੀਨ ਸੰਪਰਦਾ ਵਾਲੇ ਜਿਹੜੇ ਹੈ ਉਹ ਜਟਾ ਜੂਟ ਨੇ, ਮੋਨੇ ਵੀ ਨੇ, ਸਿਗਰਟ ਬੀੜੀ ਵੀ ਪੀਂਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਪਰੇ ਜਾ ਕੇ ਗੋਲੇ ਨੂੰ ਵੀ ਮੰਨਦੇ ਨੇ, ਧੂਣੇ ਨੂੰ ਮੰਨਦੇ ਨੇ। ਸਾਡੇ 'ਚ ਨਹੀਂ। ਤੇ ਸੁੰਦਰੀ ਨਾਵਲ ਤੇ ਗੱਲ ਚੱਲ ਰਹੀ ਸੀ, ਬੜੇ ਵਿਵਾਦ ਰੂਪ 'ਚ ਚੱਲ ਗਈ, ਪਰ ਮੈਂ ਸਮਝਦਾ ਭਾਈ ਵੀਰ ਸਿੰਘ ਨੇ ਸੁੰਦਰੀ ਦਾ ਇੱਕ ਪਾਤਰ ਲੈ ਕੇ ਸਿੱਖ ਕੌਮ ਦੇ ਵਿੱਚ ਬੀਬੀਆਂ ਦੇ ਇੱਕ ਆਦਰਸ਼ਕ ਜੀਵਨ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਹੋਰ ਬੀਬੀਆਂ ਵੀ ਉਹਨੂੰ ਪੜ੍ਹ ਕੇ ਸੁਣ ਕੇ ਤੋਂ ਇਸ ਮੋਰੈਲਿਟੀ ਨੂੰ ਆਪਣੇ ਜੀਵਨ ਨੂੰ ਸਮਾਜ 'ਚ ਇਸ ਤਰ੍ਹਾਂ ਪੇਸ਼ ਕਰਨ ਕਿ ਉਹ ਸਿੱਖ ਕੌਮ ਦਾ ਇੱਕ ਅੰਗ ਹਨ ਔਰ ਉਹਨਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੈ ਕੌਮ ਨੂੰ, ਉਹ ਕੌਮ ਲਈ ਡੈਡੀਕੇਟ ਨੇ। ਇੱਕ ਨਾਵਲਾਂ 'ਚ ਪਾਤਰ ਹੀ ਹੁੰਦੇ ਜ਼ਿਆਦਾ, ਔਰ ਨਾਵਲ ਕਲਪਨਾ ਦੇ ਆਧਾਰ ਤੇ ਵੀ ਜ਼ਿਆਦਾ ਹੁੰਦੇ, ਪਰੰਤੂ ਸਾਰਾ ਬੇਸ ਉਹਦਾ ਕਲਪਨਾ ਨਹੀਂ ਹੁੰਦੀ। ਉਹਦੇ 'ਚ ਕੋਈ ਨਾ ਕੋਈ ਟੀਚਾ, ਕੋਈ ਨਾ ਕੋਈ ਨਿਸ਼ਾਨਾ, ਕੋਈ ਨਾ ਕੋਈ ਡੈਸਟੀਨੇਸ਼ਨ, ਕੋਈ ਗੋਲ ਹੁੰਦਾ, ਜਿਹਦਾ ਸ਼ੀਰਸ਼ਕ ਹੁੰਦਾ, ਜਿਹੜਾ ਲੇਖਕ ਨੇ ਉਹਨੂੰ ਸਾਬਤ ਕਰਨਾ। ਅੱਜ ਮੈਂ ਦੇਖਦਾ ਬਹੁਤ ਸਾਰੀਆਂ ਘਾਟਾਂ ਸਾਡੇ ਜਾ ਰਹੀਆਂ ਨੇ, ਅਸੀਂ ਮੁੱਢਲੇ ਸਰੋਤਾਂ ਨੂੰ ਵੀ ਛੱਡ ਰਹੇ ਹਾਂ ਵੀ ਨਹੀਂ ਇਹ ਵੀ ਠੀਕ ਨਹੀਂ ਹੈਗੇ। ਠੀਕ ਹੈ, ਅੱਜ ਦਾ ਨੌਜਵਾਨ, ਅੱਜ ਦਾ ਲੇਖਕ, ਅੱਜ ਦਾ ਹਿਸਟੋਰੀਅਨ, ਅੱਜ ਦਾ ਖੋਜੀ ਅਗਾਂਹ ਤੋਂ ਅਗਾਂਹ ਜਾ ਰਿਹਾ, ਪਰ ਅਸੀਂ ਆਪਣੇ ਦਾਦਿਆਂ ਪੜਦਾਦਿਆਂ ਦੀ ਉਸ ਮਿਹਨਤ ਨੂੰ ਜਿਹੜੀ ਉਹਨਾਂ ਨੇ ਮੁੱਢਲੇ ਪੱਧਰ 'ਤੇ ਕੀਤੀ ਹੈ, ਇਹਨੂੰ ਇਗਨੋਰ ਨਹੀਂ ਕਰ ਸਕਦੇ, ਭੁਲਾ ਨਹੀਂ ਸਕਦੇ, ਛੱਡ ਨਹੀਂ ਸਕਦੇ। ਸਿੱਖ ਇਤਿਹਾਸ ਜਿੰਨਾ ਮੈਂ ਬੋਲਿਆ ਸ਼ਰਧਾ ਦੇ ਉੱਤੇ ਸਾਰਾ ਡਿਪੈਂਡ ਹੈ, ਅਤੇ ਸ਼ਾਸਤਰ ਦਾ ਸਵਾਲ ਹੈ ਸ਼ਰਧਾਵਾਨ ਲਭ్యతే ਗਿਆਨਮ। ਸ਼ਰਧਾਵਾਨ ਪੁਰਸ਼ ਕੋ ਨਹੀਂ ਪ੍ਰਾਪਤ ਕਰ ਲੈਂਦਾ, ਤਰਕ ਵਾਲਾ ਜਿਹੜਾ ਗਵਾ ਲੈਂਦਾ। ਜੇ ਨਿਰੀ ਤਰਕ ਕਰੀਏ ਤਾਂ ਕੋਈ ਚੀਜ਼ ਵੀ ਆਪਣੇ ਆਧਾਰ ਤੋਂ ਨਿਖੜ ਜਾਏਗੀ, ਦੂਰ ਹੋ ਜਾਏਗੀ, ਔਰ ਜੇ ਉਸੇ ਸ਼ਰਧਾ ਰੱਖੀਏ ਤਾਂ ਉਹਦੇ 'ਚੋਂ ਕੁਝ ਨਹੀਂ ਕੁਝ ਅਸੀਂ ਪ੍ਰਾਪਤ ਕਰ ਲੈਣਾ। ਗੁਰੂ ਗ੍ਰੰਥ ਸਾਹਿਬ ਤੋਂ ਸਾਡੀ ਅਨੰਨ ਸ਼ਰਧਾ ਹੈ, ਉਹ ਜਿੱਥੇ ਸਾਡੀ ਆਤਮਾ ਨੂੰ ਸਕੂਨ ਦਿੰਦਾ, ਉੱਥੇ ਗੁਰਬਾਣੀ ਸਾਨੂੰ ਇੱਕ ਪਥ ਪ੍ਰਦਰਸ਼ਕ ਬਣ ਕੇ ਤੇ ਇਸ ਕਲਯੁਗੀ ਜੀਵਨ 'ਚੋਂ ਨਿਕਲ ਕੇ ਇੱਕ ਬੜਾ ਸੁੰਦਰ ਜੀਵਨ ਜਿਹੜੀ ਹੈ ਉਹ ਵੀ ਉਸ ਵੱਲ ਵੀ ਲੈ ਕੇ ਜਾਂਦੀ ਹੈ। ਜਿਵੇਂ ਸਤਿਗੁਰੂ ਦਾ ਪਹਿਲਾ ਹੀ ਵਾਕ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਰ। ਇੱਕ ਮੈਂ ਸਮਝਦਾ ਸਾਡੀ ਇੱਕ ਟ੍ਰੈਜਡੀ ਰਹੀ ਹੈ, ਉਹ ਇਹ ਕਿ ਜਿੰਨਾ ਸਾਡਾ ਇਤਿਹਾਸ ਲਿਖਿਆ ਗਿਆ, ਜਿਹੜੇ ਮੈਂ ਸਰੋਤ ਦੱਸੇ ਇਹਨਾਂ ਤੋਂ ਬਿਨਾਂ, ਉਹ ਵਿਰੋਧੀ ਲੋਕਾਂ ਨੇ ਲਿਖਿਆ। ਇਸ ਵਾਸਤੇ ਕਿਤੇ ਸਾਨੂੰ ਸਾਡੇ ਗੁਰੂ ਸਾਹਿਬਾਂ ਨੂੰ ਲੁਟੇਰੇ, ਠੱਗ, ਚੋਰ, ਕਾਤਲ ਇਸ ਤਰ੍ਹਾਂ ਦੇ ਸ਼ਬਦਾਂ ਬਿਆਨ ਕੀਤਾ। ਇਸ ਸੋਧ ਤੋਂ ਬਿਨਾਂ ਅਸੀਂ ਉਸ ਨੂੰ ਜਿਉਂ ਕਿ ਤੋਂ ਪੜ੍ਹਨਾ ਸ਼ੁਰੂ ਕਰਤਾ। ਕੱਲ੍ਹ ਸੈਕਟਰੀ ਸਾਹਿਬ ਕਹਿ ਰਹੇ ਸੀ ਕਿ ਫਾਰਸੀ ਵਿੱਚ ਅਤੇ ਉਰਦੂ ਵਿੱਚ, ਅਰਬੀ ਵਿੱਚ ਵੀ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ ਇਤਿਹਾਸ ਮਿਲਦਾ ਹੈ। ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂਗਾ ਵੀ 10 ਸਕਾਲਰ ਇਕੱਠੇ ਕੀਤੇ ਜਾਣ, ਪੰਜਾਬੀ ਦਾ, ਹਿੰਦੀ ਦਾ, ਅੰਗਰੇਜ਼ੀ ਦਾ, ਉਰਦੂ ਦਾ, ਫਾਰਸੀ ਦਾ, ਅਰਬੀ ਦਾ। ਇਹ ਨਹੀਂ ਜ਼ਰੂਰੀ ਕਿ ਸਿੱਖ ਕੌਮ 'ਚੋਂ ਲਏ ਜਾਣ, ਹਿੰਦੂ ਮਤ 'ਚੋਂ ਵੀ ਕੋਈ ਵਿਦਵਾਨ ਲੈ ਲਿਆ ਜਾਏ, ਮੁਸਲਮਾਨ ਮਤ 'ਚੋਂ ਵੀ ਜਿਹੜਾ ਅਰਬੀ ਫਾਰਸੀ ਦਾ ਚੰਗਾ ਗਿਆਨ ਰੱਖਦਾ ਲੈ ਲਿਆ ਜਾਏ, ਅਤੇ ਆਪਣੇ ਜਿਤਨੇ ਸੋਰਸ ਹੈਗੇ, ਜਿਤਨੀਆਂ ਕਿਤਾਬਾਂ ਅਰਬੀ, ਫਾਰਸੀ, ਉਰਦੂ, ਹਿੰਦੀ, ਦੂਸਰੇ ਸਾਹਿਤ ਵਿੱਚ ਨੇ, ਉਹਨਾਂ ਨੂੰ ਲਿਆ ਜਾਏ। ਸੰਸਕ੍ਰਿਤ ਸਾਹਿਤ ਵਿੱਚ ਵੀ ਬਹੁਤ ਸਾਰਾ ਜਿਹੜਾ ਹੈ ਨਾ ਉਹ ਗੁਰੂ ਸਾਹਿਬਾਂ ਬਾਰੇ ਔਰ ਇਤਿਹਾਸ ਬਾਰੇ ਬਹੁਤ ਕੁਛ ਪਿਆ, ਉਹਨੂੰ ਵੀ ਲੱਭਣ ਦੀ ਲੋੜ ਹੈ। ਜਿਵੇਂ ਕੱਲ੍ਹ ਸ਼ਾਸਤਰੀ ਜੀ ਨੇ ਬਨਾਰਸ ਦੀ ਯੂਨੀਵਰਸਿਟੀ ਦੀ ਗੱਲ ਕੀਤੀ ਸੀ, ਮੈਂ ਸਮਝਦਾ ਕਿ ਵਿਰੋਧੀ ਧਰਮ ਵਾਲੇ ਤਾਂ ਲਿਖਦੇ ਹੀ ਹੈ, ਪਰ ਕੁਝ ਸਾਡੇ ਜਿਹੜੇ ਹੁਣ ਦੇ ਲਿਖਾਰੀ ਹੈ ਉਹ ਵੀ ਤਰਕ ਤੇ, ਸਾਡੇ ਪ੍ਰਚਾਰਕ ਤਰਕ ਤੇ ਆ ਗਏ ਨੇ। ਤੁਸੀਂ ਦੇਖਦੇ ਹੀ, ਮੈਂ ਉੱਧਰ ਨਹੀਂ ਜਾਣਾ ਚਾਹੁੰਦਾ,
ਤਰਕ ਨਾਲ ਕੋਈ ਚੀਜ਼ ਸਿੱਧ ਨਹੀਂ ਹੁੰਦੀ, ਤਰਕ ਨਾਲ ਕੋਈ ਚੀਜ਼ ਪ੍ਰਾਪਤੀ ਨਹੀਂ ਹੁੰਦੀ। ਸੰਸਾ ਜਿਹੜਾ ਮਨ ਵਿੱਚ ਨਾ ਉਹ ਸ਼ਰਧਾ ਨੂੰ ਗਵਾ ਦਿੰਦਾ, ਤੇ ਸੰਸੇ ਯੁਕਤ ਮਨ ਜਿਹੜਾ ਉਹ ਕੁਝ ਅਡਾਪਟ ਵੀ ਨਹੀਂ ਕਰਦਾ, ਗ੍ਰਹਿਣ ਵੀ ਨਹੀਂ ਕਰਦਾ, ਆਪਣਾ ਲੋਸ ਕਰਦਾ। ਇੱਕ ਕੱਲ ਮੈਨੂੰ ਵੇਖਣ 'ਚ ਮਿਲਿਆ, ਬਹੁਤੇ ਸਾਰੇ ਵਿਦਵਾਨ ਲਿਖਾਰੀਆਂ ਨੇ ਬਾਰ-ਬਾਰ ਮੈਨੂੰ ਕਿਹਾ ਜੀ ਤੁਸੀਂ ਉਦਾਸੀ ਸੰਪਰਦਾ ਦੇ। ਮੈਂ ਕਿਹਾ ਨਹੀਂ, ਮੈਂ ਤਾਂ ਬਿਲੋਂਗ ਨਿਰਮਲੇ ਸੰਪਰਦਾ ਨੂੰ ਕਰਦੇ ਹਾਂ। ਇੱਥੇ ਇੱਕ ਨਾ ਕੰਟਰਾਡਿਕਟਰੀ ਵਿਚਾਰ ਹੈ ਕਿ ਉਦਾਸੀ ਵੀ ਭਗਵੇਂ ਪਾਉਂਦੇ ਆ, ਅਸੀਂ ਵੀ ਪਾਉਂਦੇ ਹਾਂ, ਪਰ ਲੋਟ ਆਫ ਡਿਫਰੈਂਸ ਬਿਟਵੀਨ ਉਦਾਸੀ ਐਂਡ ਸੰਨਿਆਸ। ਨਿਰਮਲੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਸਾਰੇ ਅੰਮ੍ਰਿਤਧਾਰੀ ਹੈ, ਕੋਈ ਕੇਸਾਂ ਦੀ ਬੇਅਦਬੀ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਪਠਨ ਪਾਠਨ ਕਰਦੇ ਆ, ਉਹਦਾ ਹੀ ਪ੍ਰਚਾਰ ਕਰਦੇ ਆ, ਅੰਮ੍ਰਿਤ ਛਕਦੇ ਆ, ਅੰਮ੍ਰਿਤ ਛਕਾਉਂਦੇ ਆ, ਨੌਕਰੀ ਨਹੀਂ ਕਰਦੇ, ਦੁਕਾਨ ਨਹੀਂ ਕਰਦੇ, ਔਰ ਇਹ ਸਾਰੇ ਜਿਹੜੇ ਹੈ ਉਹਦੇ ਨਾਲ ਰਲਦੇ। ਉਦਾਸੀਨ ਸੰਪਰਦਾ ਵਾਲੇ ਜਿਹੜੇ ਹੈ ਉਹ ਜਟਾ ਜੂਟ ਨੇ, ਮੋਨੇ ਵੀ ਨੇ, ਸਿਗਰਟ ਬੀੜੀ ਵੀ ਪੀਂਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਪਰੇ ਜਾ ਕੇ ਗੋਲੇ ਨੂੰ ਵੀ ਮੰਨਦੇ ਨੇ, ਧੂਣੇ ਨੂੰ ਮੰਨਦੇ ਨੇ। ਸਾਡੇ 'ਚ ਨਹੀਂ, ਅਸੀਂ ਨਿਰਮਲ ਸੰਪਰਦਾ ਦੇ, ਪਰ ਅਸੀਂ ਮੰਨਦੇ ਵੀ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਤੋਂ। ਇਹ ਵੀ ਇੱਕ ਵਿਚਾਰ ਚੱਲਿਆ ਸੀ ਕਈ ਬਾਬਾ ਸ਼੍ਰੀ ਚੰਦ ਤੋਂ, ਪਰ ਇੱਕ ਗੰਗੇਸ਼ਵਰਾਨੰਦ ਜੀ ਹੋਏ ਨੇ, ਉਹ ਉਦਾਸੀ ਮਤ ਨੂੰ ਲੈ ਗਏ ਪਿੱਛੇ, ਸਨਾਤਨ ਸੰਤ ਕੁਮਾਰ ਤੱਕ ਲੈ ਗਏ ਨੇ। ਖੈਰ ਮੈਂ ਇੱਧਰ ਨਹੀਂ ਜਾਂਦਾ, ਉਹਨਾਂ ਦਾ ਆਪਣਾ ਵਿਚਾਰ ਹੈ, ਪਰ ਇਹ ਜਿਹੜੀਆਂ ਦੋ ਉਦਾਸੀਨ ਤੇ ਨਿਰਮਲ ਸੰਪਰਦਾਵਾਂ ਇਹ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੋਣ ਚਾਹੀਆਂ। ਗੁਰੂ ਨਾਨਕ ਦੇਵ ਨੇ 1469 ਵਿੱਚ ਅਵਤਾਰ ਹੋਇਆ, ਔਰ 1496 ਵਿੱਚ ਜਿਹੜਾ ਸੰਸਾਰ ਛੱਡ ਕੇ ਉਦਾਸੀਆਂ ਲੈ ਕੇ ਉਦਾਸੀਨ ਭੇਖ ਪਾ ਕੇ, ਉਦਾਸੀਨ ਦਾ ਮਤਲਬ ਇਹ ਨਹੀਂ ਵੀ ਉਹ ਫਰਸਟ੍ਰੇਟਡ ਹੋਇਆ ਕਿਸੇ ਚੀਜ਼ ਤੋਂ, ਬਲਕਿ ਉਹ ਭੇਖ ਜਿਹੜਾ ਇੱਕ ਵਿਦਵਾਨ ਸ਼੍ਰੇਣੀਆਂ 'ਚ ਗਿਣਿਆ ਜਾਂਦਾ ਸੀ, ਪ੍ਰਚਾਰਕ ਮੱਤ 'ਚ ਗਿਣਿਆ ਜਾਂਦਾ ਸੀ, ਔਰ ਉਹਨਾਂ ਨੂੰ ਆਪਣੇ ਤੋਂ ਵੱਧ ਕਿਸੇ ਚੀਜ਼ ਦੀ ਜ਼ਿਆਦਾ ਲੋੜ ਨਹੀਂ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਸੰਪਰਦਾਇ ਨੂੰ, ਔਰ ਭਾਈ ਗੁਰਦਾਸ ਜੀ ਦੇ ਬਚਨ ਹੈ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅੱਜ ਸਕੂਲ, ਕਾਲਜ, ਯੂਨੀਵਰਸਿਟੀਆਂ, ਹੌਸਪੀਟਲ, ਪਤਾ ਨਹੀਂ ਕਿੰਨਾ ਕੁਝ ਜਿਹੜਾ ਹੈ ਨਾ ਉਹ ਨਿਰਮਲੇ ਸੰਤ ਆਪਣੇ ਆਪਣੇ ਤੌਰ 'ਤੇ ਆਪਣੇ ਆਪਣੇ ਸਥਾਨਾਂ 'ਤੇ ਕਰ ਰਹੇ ਨੇ। ਵਿੱਦਿਆ ਮੁਹਤ, ਚਾਹੇ LKG ਤੋਂ ਲੈ ਕੇ PhD ਤੱਕ ਹੋਵੇ, ਔਰ ਚਾਹੇ ਉਹ ਇੰਜੀਨੀਅਰਿੰਗ ਕਰੇ, ਚਾਹੇ ਉਹ ITI ਕਰੇ, ਚਾਹੇ ਉਹ ਪੋਲੀਟੈਕਨਿਕ 'ਚ ਜਾਏ, ਉਹ ਨਿਰਮਲੇ ਮਹਾਂਪੁਰਸ਼ ਉਹਨਾਂ ਵਿਦਿਆਰਥੀਆਂ ਦੀ ਮਦਦ ਕਰਦੇ ਆ ਵੀ ਉਹ ਵਿੱਦਿਆ ਪੜ੍ਹਨ, ਕਿਉਂਕਿ ਸਾਡਾ ਜਨਮ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿੱਦਿਆ ਤੋਂ ਕੀਤਾ। ਜਦੋਂ ਸਾਨੂੰ ਵਿੱਦਿਆ ਪੜ੍ਹਨ ਵਾਸਤੇ ਸਾਡੇ ਫੋਰ ਫਾਦਰ ਨੂੰ, ਅਨਸੈਸਟਰ ਨੂੰ, ਬਜ਼ੁਰਗਾਂ ਨੂੰ, ਉਹਨਾਂ ਨੂੰ ਬਨਾਰਸ ਪੜ੍ਹਨ ਵਾਸਤੇ ਭੇਜਿਆ। ਇਸ ਵਾਸਤੇ ਵਿੱਦਿਆ ਸਾਡਾ ਮਾਧਿਅਮ ਹੈ, ਬਹੁਤਾ ਸਮਾਂ ਨਹੀਂ ਲੈਣਾ। ਇਹ ਦੋ ਸੰਪਰਦਾਵਾਂ ਨੇ, ਉਦਾਸੀਨ ਸੰਪਰਦਾ 'ਚ ਵੀ ਬਹੁਤ ਵਿਦਵਾਨ ਹੋਏ ਨੇ। ਆ ਪਿਛਲੇ ਦਿਨ ਸਿੰਘ ਸਾਹਿਬ ਨਾਲ ਗੱਲ ਕਰ ਰਿਹਾ ਸੀ, ਵਿਦਿਆਰਣ ਮੁਨੀ ਦੀ ਇੱਕ ਕਿਤਾਬ ਹੈ ਪੰਚਦਸ਼ੀ, ਉਹ ਵੇਦਾਂਤ ਦੀ ਬਹੁਤ ਅਲੱਗ ਕਿਤਾਬ, ਅਤੇ ਉਹ ਮੈਨੂੰ ਪੜ੍ਹਦੇ ਲਾਇਬ੍ਰੇਰੀ 'ਚ ਮਿਲੀ। ਇੱਕ ਆਤਮ ਸਰੂਪ ਜੀ ਉਦਾਸੀ ਸੰਤ ਹੋਏ, ਉਹਨਾਂ ਨੇ ਸੰਸਕ੍ਰਿਤ ਵਿੱਚੋਂ ਉਹਦਾ ਅਨੁਵਾਦ ਦੇਵਨਾਗਰੀ ਹਿੰਦੀ ਵਿੱਚ ਕੀਤਾ। ਜਦੋਂ ਮੈਂ ਉਹਨੂੰ ਪੜ੍ਹਿਆ, ਚਲੋ ਮੈਂ ਤਾਂ ਕਵਰ ਕਰ ਗਿਆ, ਪਰ ਮੈਂ ਕਿਹਾ ਆਮ ਜਿਹੜਾ ਵਿਦਿਆਰਥੀ ਹੈ ਉਹ ਹਿੰਦੀ ਨਹੀਂ ਜਾਣਦਾ, ਉਹਨੂੰ ਮੈਂ ਪੰਜਾਬੀ ਵਿੱਚ ਟਰਾਂਸਲੇਟ ਕੀਤਾ, ਯਾਨੀ ਪੰਚਦਸ਼ੀ ਨੂੰ, ਵੀ ਜਿਹੜਾ ਵਿਦਾਂਤ ਔਰ ਗੁਰਬਾਣੀ ਦੇ ਸੰਦਰਭ ਵਿੱਚ ਵਿਚਾਰ ਕੇ ਪੜ੍ਹਨਾ ਚਾਹੇ ਉਹ ਪੰਚਦਸ਼ੀ ਗ੍ਰੰਥ ਨੂੰ ਬਹੁਤ ਸੌਖਾ ਪੜ੍ਹ ਸਕਦਾ। ਔਰ ਇਸੇ ਤਰ੍ਹਾਂ ਆਤਮ ਤੱਤਵ ਚਿੰਤਨ, ਤੇ ਇਹ ਵੀ ਇੱਕ ਕਿਤਾਬ ਲਿਖੀ ਹੈ, ਉਹਦੇ 'ਚ ਵਿਦਾਂਤ ਦਾ ਅਤੇ ਗੁਰਬਾਣੀ ਦਾ ਸਮਨਵੈ ਕੀਤਾ, ਦੋਨਾਂ ਦਾ ਕੰਪੈਰੀਜ਼ਨ ਕੀਤਾ ਵੀ ਗੁਰਬਾਣੀ ਕੀ ਕਹਿ ਰਹੀ ਹੈ, ਵਿਦਾਂਤ ਕੀ ਕਹਿ ਰਹੀ। ਅੰਤ ਵਿੱਚ ਮੈਂ ਇੱਕ ਥੋੜ੍ਹੀ ਗੱਲ ਕਹਿਣੀ ਚਾਹਾਂਗਾ, ਖਾਸ ਕਰਕੇ ਸਿੱਖ ਹਿਸਟੋਰੀਅਨ ਸਿੰਘ ਸਾਹਿਬਾਨ ਔਰ ਜਿਹੜੇ ਸਿੱਖੀ ਨਾਲ ਦਰਦ ਰੱਖਦੇ ਨੇ, ਉਹਨਾਂ ਦੇ ਧਿਆਨ ਗੋਚਰ ਕਰਨਾ ਚਾਹੁੰਦਾ। ਉਹ ਇਹ ਹੈ, ਸਾਡੇ ਗੁਰਦੁਆਰਿਆਂ 'ਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ, ਸੋਨੇ ਦੇ ਛੱਤਰ ਲੱਗ ਗਏ, ਸੰਗੇ ਮਰਮਰ ਲੱਗ ਗਏ, ਸਾਡਾ ਦਿਲ ਤਾਂ ਕੱਚਾ ਹੋ ਗਿਆ। ਹਾਂਜੀ, ਦਿਲ ਸਾਡਾ ਕੱਚਾ ਹੋ ਗਿਆ, ਇਮਾਰਤਾਂ ਪੱਕੀਆਂ ਹੋ ਗਈਆਂ। ਔਰ ਸਭ ਤੋਂ ਜ਼ਿਆਦਾ ਸਾਡਾ ਨੁਕਸਾਨ ਹੋ ਰਿਹਾ, ਜਿੰਨੇ ਸਾਡੇ ਹਿਸਟੋਰੀਕਲ ਪਲੇਸ ਹੈ ਜਾਂ ਉਹ ਚੀਜ਼ਾਂ ਜਿਨ੍ਹਾਂ 'ਤੇ ਸਾਨੂੰ ਗਰਵ ਹੈ, ਮਾਣ ਹੈ, ਔਰ ਜਿਨ੍ਹਾਂ ਤੋਂ ਅਸੀਂ ਕੁਝ ਗਿਆਨ ਲੈਣਾ ਸਰੋਤ, ਉਹ ਨਾਸ ਹੋ ਰਹੀਆਂ। ਮੈਨੂੰ ਬਾਰਾਮੂਲਾ ਜਾਣ ਦਾ ਮੌਕਾ ਮਿਲਿਆ, ਜਿਸ ਕਚਨਾਰ ਦੇ ਦਰਖਤ ਥੱਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਬੰਨਿਆ ਸੀ, ਆਪ ਖੜੇ ਹੋਏ ਸੀ, ਉਹ ਕਚਨਾਰ ਦਾ ਦਰਖਤ ਵੱਢ ਕੇ ਉੱਥੇ ਬਿਲਡਿੰਗ ਉਸਾਰ ਦਿੱਤੀ। ਬਿਲਡਿੰਗ ਤਾਂ ਕੱਲ੍ਹ ਢਾਹ ਕੇ ਬਣਾਈ ਜਾ ਸਕਦੀ ਹੈ, ਪਰ ਉਹ ਕਚਨਾਰ ਦਾ ਦਰਖਤ ਦੁਬਾਰਾ ਨਹੀਂ ਆ ਸਕਦਾ। ਹੋਰ ਅੱਗੇ ਚੱਲੀਏ।
ਮਾਤਾ ਭਾਗੋ ਦਾ ਗੁਰਦੁਆਰਾ ਹੈ ਸ੍ਰੀਨਗਰ ਦੇ ਵਿੱਚ। ਮਾਤਾ ਭਾਗੋ ਗੁਰੂ ਹਰਗੋਬਿੰਦ ਸਾਹਿਬ ਤੱਕ ਇਤਨੇ ਡੈਡੀਕੇਟ ਸੀ ਕਿ ਯੁਵਾਵਸਥਾ ਜੋ ਚੇਤੇ ਕਰਦੇ ਕਰਦੇ ਉਹ ਜ਼ਿੰਦਗੀ ਦੇ ਅਖੀਰਲੇ ਪੜਾਵਾਂ ਤੇ ਗਏ, ਨੇਤਰ ਵੀ ਚਲੇ ਗਏ, ਪਰ ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਰਹੇ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਵਿਹੜੇ 'ਚ ਜਾ ਕੇ ਮਾਤਾ ਨੂੰ ਆਵਾਜ਼ ਦਿੰਦੇ ਆ। ਮਾਤਾ ਕਹਿੰਦੀ ਮਹਾਰਾਜ ਨੇਤਰ ਚਲੇ ਗਏ, ਤੇ ਗੁਰੂ ਸਾਹਿਬ ਨੇ ਉਹਨੂੰ ਨੇਤਰ ਬਖਸ਼ੇ ਤੇ ਬਾਕੀ ਦੇ 4 ਦਿਨ ਮਹਾਰਾਜ ਦੀ ਸ਼ਰਨ 'ਚ ਰਹੀ। ਜਦੋਂ ਉਹਦਾ ਅੰਤ ਸਮਾਂ ਆ ਗਿਆ ਤੇ ਗੁਰੂ ਸਾਹਿਬ ਨੇ ਖੁਦ ਉਹਦਾ ਸੰਸਕਾਰ ਕੀਤਾ। ਅੱਜ ਉਹ ਜਿਹੜੀ ਸਮਾਧੀ ਹੈ ਨਾ ਲੁਕੋ ਦਿੱਤੀ ਗਈ ਹੈ। ਮੈਂ ਖੁਦ ਦੂਜੀ ਵਾਰੀ ਦੇਖਿਆ, ਪਹਿਲੀ ਵਾਰੀ ਗਿਆ ਸੀ ਤਾਂ ਸਮਾਧੀ ਗੁਰੂ ਸਾਹਿਬ ਤੋਂ ਬਿਲਕੁਲ ਨਾਲ ਸੀ। ਮੇਰਾ ਸਮਾਧੀ ਨਾ ਮੰਨਣ ਦਾ ਮਤਲਬ ਨਹੀਂ ਹੈ, ਪਰ ਮੈਂ ਇਹ ਸਮਝਦਾ ਕਿ ਮਾਤਾ ਭਾਗੋ ਜਿਹੜੀ ਸੀ ਭਾਗ ਭਰੀ, ਉਹ ਕਿਤਨੀ ਡੈਡੀਕੇਟ ਸੀ ਗੁਰੂ ਸਾਹਿਬ ਨੂੰ ਕਿ ਸਾਰੀ ਉਮਰ ਚੇਤੇ ਕਰਦੀ ਰਹੀ। ਔਰ ਗੁਰੂ ਸਾਹਿਬ ਉਹਦੇ ਪ੍ਰੇਮ ਨੂੰ ਪੁਗਾਉਣ ਵਾਸਤੇ ਉੜੀ ਦੇ ਰਸਤੇ ਹੋ ਕਰਕੇ ਉਹ ਬਾਰਾਮੂਲਾ ਲੰਘ ਕੇ ਤੇ ਸ੍ਰੀਨਗਰ ਵਿੱਚ ਆਏ। ਕੁਝ ਹੋਰ ਨਿਸ਼ਾਨੀਆਂ ਵੀ ਐਸੀਆਂ ਨੇ, ਜਿਵੇਂ ਫਤਿਹਗੜ੍ਹ ਸਾਹਿਬ ਵਿੱਚ ਠੰਡੇ ਬੁਰਜ ਦੀ ਢਾਡੀ ਵੀ ਲੇਖਕ ਵੀ ਜ਼ਿਕਰ ਕਰਦੇ ਨੇ। ਔਰ ਠੰਡਾ ਬੁਰਜ ਇਹਨਾਂ ਨੇ ਵੇਖਿਆ, ਉਹ ਮਾਘ ਦੇ ਮਹੀਨੇ ਅਗਰ ਉੱਥੇ ਚੜ੍ਹਿਆ ਜਾਏ ਨਾ, ਜਿੰਨੇ ਮਰਜ਼ੀ ਕੱਪੜੇ ਪਾਓ, ਇੰਨੀ ਠੰਡੀ ਹਵਾ ਚੱਲਦੀ ਸੀ, ਉਹ ਕੱਪੜਿਆਂ ਵਿੱਚੋਂ ਦੀ ਵੀ ਜਾ ਕੇ ਸਰੀਰ ਨੂੰ ਭੌਂਦੀ ਸੀ। ਪਰ ਅੱਜ ਉਹ ਠੰਡਾ ਬੁਰਜ ਢਾਤਾ, ਉਹਦਾ ਸੁੰਦਰ ਗੁਰਦੁਆਰਾ ਬਣਾਤਾ। ਮੈਂ ਬੇਨਤੀ ਕਰਾਂ ਇਤਿਹਾਸਕਾਰਾਂ ਨੂੰ, ਜਿਹੜੇ ਖੋਜ ਕਰਦੇ ਨਾ ਇਹੋ ਜਿਹੀਆਂ ਚੀਜ਼ਾਂ ਤੋਂ ਉਹਨਾਂ ਨੂੰ ਸਰੋਤ ਦੇ ਉੱਤੇ ਕਾਫੀ ਗਿਆਨ ਮਿਲਦਾ, ਪਰੰਤੂ ਗੁਰਦੁਆਰੇ ਬਣਨੇ ਚਾਹੀਦੇ ਆ, ਗੁਰੂ ਘਰ ਬਣੇ, ਸਾਨੂੰ ਤਾਂ ਗਿਆਨ ਸਰੋਤ ਸ਼ਾਂਤੀ ਮੁਕਤੀ ਮਿਲਣ ਦਾ ਰਸਤਾ ਪੱਧਰਾ। ਪਰੰਤੂ ਜਿਹੜੇ ਅਸੀਂ ਉਹ ਗੁਰੂ ਸਾਹਿਬ ਨਾਲ ਸੰਬੰਧਿਤ ਨਿਸ਼ਾਨੀਆਂ ਨੇ ਉਹ ਗਵਾ ਰਹੇ। ਮੈਂ ਇੱਕ ਦਿਨ ਹਰਿਮੰਦਰ ਸਾਹਿਬ ਜਾ ਰਿਹਾ ਸੀ ਤੇ ਬਾਬੇ ਟੱਲ ਵਾਲੀ ਜਿਹੜੀ ਸੀ ਨਾ ਉਹ ਕੰਧ ਡਿੱਗਰ ਆਈ ਜਾ ਰਹੀ ਸੀ। ਮੈਂ ਫਟਾਫਟ ਅਕਾਲ ਤਖ਼ਤ ਸਾਹਿਬ ਤੇ ਗਿਆ, ਜਾ ਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਕੀਤੀ। ਮੈਂ ਕਿਹਾ ਬਈ ਐਂ ਕਰੋ, ਸਾਰਾ ਢਾਤਾ ਵੱਖਰੀ ਗੱਲ ਹੈ, ਪਰ ਜਿਹੜੀ ਬਾਬੇ ਟੱਲ ਦੀ ਜੋੜੀ ਹੈ ਨਾ ਜਿੰਨੀ ਕੁ ਰਹਿ ਗਈ ਉਹ ਨਾ ਢਾਓ। ਉਹ ਇੰਨੀ ਕਲਾਕ੍ਰਿਤੀ ਇੱਟ ਦੀ ਕਢਾਈ ਕਰਕੇ ਕੀਤੀ ਹੈ, ਹੁਣ ਜੇ ਬਣਾਉਣੀ ਚਾਹੋ ਬਣ ਨਹੀਂ ਸਕਦੀ। ਉਹ ਹੁਣ ਖੜੀ ਹੈ ਤੇ ਮੇਰੀ ਕੋਸ਼ਿਸ਼ ਸੀ ਕਿ ਉਹਨੂੰ ਸ਼ੀਸ਼ੇ ਵਿੱਚ ਮੜ ਦਿੱਤਾ ਜਾਏ। ਬਾਬੇ ਜਾ ਕੇ ਜਿੱਥੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਆਪਣੇ ਸ਼ਾਦੀ ਹੋਈ ਹੈ, ਉਹ ਕੰਧ ਸ਼ੀਸ਼ੇ 'ਚ ਮੜੀ ਹੋਈ ਹੈ, ਨਹੀਂ ਤਾਂ ਮਿੱਟੀ ਸਾਰੀ ਲੋਕੇ ਚੁੱਕ ਕੇ ਲੈਂਦੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਬਹੁਤ ਇਤਿਹਾਸਕ ਨਿਸ਼ਾਨੀਆਂ ਨੇ, ਉਹਨਾਂ ਨੂੰ ਸੇਫ ਰੱਖਣਾ ਚਾਹੀਦਾ, ਖੋਣਾ ਨਹੀਂ ਚਾਹੀਦਾ। ਉਹ ਤੋਂ ਸਾਨੂੰ ਇਤਿਹਾਸ ਦਾ ਵੀ ਵਾਕਫ ਮਿਲਦੀ ਹੈ। ਇਤਿਹਾਸ ਵਿੱਚ ਜਿਹੜੀਆਂ ਸਾਖੀਆਂ ਕਹਾਣੀਆਂ ਦਰਜ ਨੇ, ਉਹਨਾਂ ਇਤਿਹਾਸਕ ਚੀਜ਼ਾਂ ਨੂੰ ਵੇਖ ਕਰਕੇ ਉਹਨਾਂ ਦੀ ਸਿੱਧਤਾ ਹੁੰਦੀ ਹੈ, ਉਹਨਾਂ ਦੇ ਬਾਰੇ ਪ੍ਰਮਾਣ ਮਿਲਦਾ ਹੈ। ਮੈਂ ਇੰਨੇ ਸ਼ਬਦ ਕਹਿੰਦਾ ਕਿਉਂਕਿ ਬਹੁਤ ਬੁਲਾਰਿਆਂ ਨੇ ਬੋਲਣਾ। ਸਿੱਖ ਇਤਿਹਾਸ ਨੂੰ ਬਹੁਤ ਸਾਰੀਆਂ ਵਿੱਚ ਘਾਟਾਂ ਨੇ, ਉਹਨਾਂ ਨੂੰ ਦੂਰ ਕਰਨ ਵਾਸਤੇ ਸਿੰਘ ਸਾਹਿਬ ਇੱਕ ਪੈਨਲ ਬਣਾਓ 10-11 ਬੰਦਿਆਂ ਦਾ। ਜਦੋਂ ਕੈਲੰਡਰ ਦੀ ਗੱਲ ਆਈ ਸੀ ਉਦੋਂ ਵੀ ਦਾਸ ਨੇ, ਮੈਂ ਵੀ ਉਹਦੇ ਵਿੱਚ 13ਵਾਂ ਨੰਬਰ ਮੇਰਾ ਸੀ, ਪਰ ਮੈਂ ਇੱਕ ਗੱਲ ਕਹੀ ਸੀ, ਮੈਥੇਮੈਟੀਸ਼ੀਅਨ ਚਾਹੀਦਾ, ਫਿਜ਼ੀਸ਼ੀਅਨ ਚਾਹੀਦਾ, ਭੂਗੋਲ ਖਗੋਲ ਦਾ ਵਾਕਫ ਚਾਹੀਦਾ, ਫਾਰਸੀ ਦਾ ਵਿਦਵਾਨ ਚਾਹੀਦਾ, ਹਿੰਦੀ ਦਾ ਚਾਹੀਦਾ, ਸੰਸਕ੍ਰਿਤ ਚਾਹੀਦਾ। ਇਸ ਤਰ੍ਹਾਂ 10-12 ਬੰਦਿਆਂ ਦਾ ਪੈਨਲ ਬਣਾ ਕੇ ਉਹਨਾਂ ਨੂੰ 1 ਸਾਲ ਭਰ ਟਾਈਮ ਦਿਓ, ਉਹ ਹਰ ਪੱਖੋਂ ਸੋਚ ਕੇ ਫਿਰ ਕੈਲੰਡਰ ਦੀ ਜਿਹੜੀ ਬੁਨਿਆਦ ਰੱਖ ਲੈਣ, ਉਹ ਹਿੱਲੇਗਾ ਨਹੀਂ। ਪਰ ਅਫਸੋਸ ਕਿ ਨਿਹੰਗ ਸਿੰਘ ਫੌਜਾਂ ਬੈਠੀਆਂ ਸੀ, ਜੇ ਚੰਗੀ ਗੱਲ ਕਰੀਏ ਤਾਂ ਵੀ ਬੋਲੇ ਸੋ ਨਿਹਾਲ, ਜੇ ਉਹ ਮਾੜੀ ਆਵੇ ਤਾਂ ਵੀ ਬੋਲੇ ਸਿਹਾਲ। ਉਹ ਬੋਲੇ ਸੋ ਨਿਹਾਲ 'ਚ ਕੈਲੰਡਰ ਪਾਸ ਹੋ ਗਿਆ ਤਾਂ ਵਿਚਾਰਾ 3-4 ਮਹੀਨੇ ਚੱਲਿਆ। ਤਾਂ ਇਸ ਤਰ੍ਹਾਂ ਇਹ ਸਿੱਖ ਹਿਸਟਰੀ ਵਿੱਚ ਆਈਆਂ ਊਣਤਾਈਆਂ ਖੜੋਤ, ਇਹਨੂੰ ਦੂਰ ਕਰਨ ਵਾਸਤੇ ਮੇਰੇ ਹਿਸਾਬ ਨਾਲ ਵਿਦਵਾਨ ਕਾਫੀ ਬੈਠੇ ਨੇ। ਜੇ ਅੱਜ ਹੀ ਮੀਟਿੰਗ ਤੋਂ ਬਾਅਦ ਜਿਹਦੇ 'ਚ ਇੱਕ ਪੈਨਲ ਬਣਾ ਲਿਆ ਜਾਏ 10-11 ਹਿਸਟੋਰੀਅਨ ਦਾ, ਜਿਹਦੇ ਵਿੱਚ ਨੌਜਵਾਨ ਵਰਗ ਮੁੰਡੇ ਵੀ ਜਿਹੜੇ ਬੜੇ ਇੰਟਰਸਟਡ ਹੈ ਹਿਸਟਰੀ ਨਾਲ, ਉਹ ਉਹਨਾਂ ਦਾ ਵੀ ਨੁਮਾਇੰਦਾ ਲਿਆ ਜਾਏ, ਤਾਂ ਇਹ ਸਾਡਾ ਕੰਮ ਜਿਹੜਾ ਸਾਡੀ ਇਹ ਬਹੁਤ ਸਮੇਂ ਤੋਂ ਬਾਅਦ 36-20 ਤਕਰੀਬਨ 55-57 ਸਾਲ ਬਾਅਦ ਜਿਹੜੀ ਇਹ ਹਿਸਟਰੀ ਦੀ ਕਾਨਫਰੰਸ ਹੋ ਰਹੀ ਹੈ, ਉਹਦਾ ਕੋਈ ਨਾ ਕੋਈ ਮੂਲ ਰਿਜ਼ਲਟ ਨਿਕਲੇਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।